ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਜਿਸ ਤਰ੍ਹਾਂ ਕਿ ਅਸੀਂ ਸਾਰਿਆਂ ਨੇ ਪਿਛਲੇ ਐਪੀਸੋਡ ਵਿੱਚ ਵੇਖਿਆ ਕਿ ਭਾਈ ਜੇਤਾ ਜੀ ਦਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਲਾਸਾਨੀ ਸ਼ਹਾਦਤ ਤੋਂ ਬਾਅਦ ਉਹਨਾਂ ਦਾ ਪਾਵਨ ਸ਼ੀਸ਼ ਚਾਂਦਨੀ ਚੌਕ ਦਿੱਲੀ ਤੋਂ ਅਨੰਦਪੁਰ ਸਾਹਿਬ ਤੱਕ ਪਹੁੰਚਾਉਣ ਦਾ ਦਲੇਰੀ ਅਤੇ ਬਹਾਦਰੀ ਭਰਿਆ ਸਫ਼ਰ ਅਤੇ ਅਨੰਦਪੁਰ ਵਿਖੇ ਗੁਰੂ ਸਾਹਿਬ ਜੀ ਦੇ ਪਾਵਨ ਸ਼ੀਸ਼ ਦਾ ਸੰਸਕਾਰ ਤੱਕ ਵਿਸਤਾਰ ਵਿੱਚ ਵੇਖਿਆ। ਹੁਣ ਅਸੀਂ ਭਾਈ ਜੇਤਾ ਜੀ ਦੇ ਮਹਾਨ ਜੀਵਨ ਦੇ ਅਨੇਕਾਂ ਪਹਿਲੂਆਂ ਬਾਰੇ ਗੱਲ ਕਰਾਂਗੇ। ਮਾਨਯੋਗ ਭਾਈ ਜੇਤਾ ਜੀ ਬਹੁਮੁਖੀ ਗੁਣਾਂ ਦੇ ਮਾਲਕ ਸਨ। ਜਿੱਥੇ ਉਹ ਮਹਾਨ ਸੇਵਕ ਸਨ, ਉੱਥੇ ਉਹ ਮਹਾਨ ਸੂਰਵੀਰ ਯੋਧਾ ਹੋਣ ਦੇ ਨਾਲ ਮਹਾਨ ਕਵੀ, ਲਿਖਾਰੀ ਅਤੇ ਗਾਇਕ ਵੀ ਸਨ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੰਸਕਾਰ ਦੇ ਬਾਅਦ ਭਾਈ ਜੇਤਾ ਜੀ ਗੁਰੂ ਗੋਬਿੰਦ ਰਾਏ ਸਾਹਿਬ ਜੀ ਦੀ ਸੇਵਾ ਵਿੱਚ ਅਨੰਦਪੁਰ ਸਾਹਿਬ ਹੀ ਰਹਿ ਗਏ ਸਨ। ਭਾਈ ਜੇਤਾ ਜੀ ਮਹਾਨ ਯੋਧਾ ਵੱਲੋਂ ਵੀ ਜਾਣੇ ਜਾਂਦੇ ਸਨ ਅਤੇ ਉਹ ਗੁਰਸਿੱਖਾਂ ਨੂੰ ਹਥਿਆਰ ਚਲਾਉਣਾ ਅਤੇ ਜੰਗੀ ਕਲਾ ਵੀ ਸਿਖਾਉਂਦੇ ਸਨ। ਅਤੇ ਗੁਰੂ ਸਾਹਿਬ ਜੀ ਨੇ ਆਨੰਦਗੜ੍ਹ ਦੇ ਕਿਲ੍ਹੇ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਵੀ ਭਾਈ ਜੇਤਾ ਜੀ ਨੂੰ ਸੌਂਪੀ ਸੀ। ਸੁਰੱਖਿਆ ਵਜੋਂ ਜਦੋਂ ਕੋਈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਮਿਲਣ ਆਉਂਦਾ ਸੀ ਤਾਂ ਭਾਈ ਜੇਤਾ ਜੀ ਵੱਲੋਂ ਉਸ ਦੀ ਜਾਂਚ ਕੀਤੀ ਜਾਂਦੀ ਸੀ। ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਰਣਜੀਤ ਨਿਗਾੜਾ ਸਥਾਪਿਤ ਕੀਤਾ ਸੀ ਤਾਂ ਉਸ 'ਤੇ ਪਹਿਲੀ ਚੋਟ ਮਾਰਨ ਦਾ ਮਾਣ ਵੀ ਬਾਬਾ ਜੀਵਨ ਸਿੰਘ ਜੀ ਨੂੰ ਬਖਸ਼ਿਆ ਸੀ ਅਤੇ ਭਾਈ ਸਾਹਿਬ ਜੀ ਨੂੰ ਮੁੱਖ ਨਗਾਰਚੀ ਵੀ ਥਾਪਿਆ ਸੀ। ਸੰਨ 1699 ਨੂੰ ਜਦੋਂ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਨੇ 5 ਕਿਲ੍ਹੇ ਆਨੰਦਗੜ੍ਹ, ਬਾਰਾਗੜ੍ਹ, ਲੋਹਗੜ੍ਹ, ਹੌਲਗੜ੍ਹ ਅਤੇ ਫਤਿਹਗੜ੍ਹ ਬਣਵਾਏ ਸਨ ਤਾਂ ਆਨੰਦਗੜ੍ਹ ਦੇ ਕਿਲ੍ਹੇ ਦੇ ਪੱਛਮੀ ਭਾਗ ਵਿੱਚ ਤਪ ਸਥਾਨ ਭਾਈ ਜੇਤਾ ਜੀ ਬੁੰਗਾ ਵੀ ਬਣਵਾਇਆ ਸੀ। ਉਸ ਸਥਾਨ 'ਤੇ ਭਾਈ ਜੇਤਾ ਜੀ ਥੜੇ 'ਤੇ ਬੈਠ ਕੇ ਵਾਹਿਗੁਰੂ ਜੀ ਦੀ ਬੰਦਗੀ ਕਰਿਆ ਕਰਦੇ ਸਨ। ਉਸ ਸਥਾਨ ਨੂੰ ਬਾਬਾ ਜੀਵਨ ਸਿੰਘ ਜੀ ਦੇ ਨਾਮ 'ਤੇ ਤਪ ਸਥਾਨ ਬਾਬਾ ਜੀਵਨ ਸਿੰਘ ਜੀ ਕਰਕੇ ਜਾਣਿਆ ਜਾਂਦਾ ਹੈ। ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣਾ ਮਹਾਨ ਸੰਕਲਪ ਪੂਰਾ ਕਰਦਿਆਂ ਹੋਇਆਂ ਸੰਨ 1699 ਨੂੰ ਖਾਲਸਾ ਪੰਥ ਸਾਜਿਆ ਸੀ ਤਾਂ ਭਾਈ ਜੇਤਾ ਜੀ ਆਪਣੇ ਭਰਾ ਭਾਈ ਸੰਗਤ ਜੀ ਦੇ ਨਾਲ ਮਿਲ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੋਂ ਅੰਮ੍ਰਿਤ ਪਾਨ ਕਰਕੇ ਬਾਬਾ ਜੀਵਨ ਸਿੰਘ ਜੀ ਬਣੇ ਅਤੇ ਉਹਨਾਂ ਦਾ ਭਰਾ ਭਾਈ ਸੰਗਤ ਸਿੰਘ ਜੀ ਬਣੇ। ਬਾਬਾ ਜੀਵਨ ਸਿੰਘ ਜੀ ਨੂੰ ਗੁਰੀਲਾ ਯੁੱਧ ਵਿੱਚ ਵਿਸ਼ੇਸ਼ ਮਹਾਰਤ ਹਾਸਲ ਸੀ ਅਤੇ ਗੁਰੂ ਸਾਹਿਬ ਜੀ ਨੇ ਮੁਖੀ ਨਿਯੁਕਤ ਕੀਤਾ ਸੀ। ਦੁਨੀਆ ਵਿੱਚ ਸ਼ਾਇਦ ਹੀ ਐਸਾ ਕੋਈ ਲੜਾਕੂ ਹੋਵੇਗਾ ਜੋ ਘੋੜੇ ਦੀ ਸਵਾਰੀ ਕਰਦਾ ਹੋਵੇ ਅਤੇ ਮੂੰਹ ਨਾਲ ਘੋੜੇ ਦੀ ਲਗਾਮ ਫੜਦਾ ਹੋਵੇ ਅਤੇ ਆਪਣੇ ਦੋਵਾਂ ਹੱਥਾਂ ਨਾਲ ਤਲਵਾਰਾਂ ਫੜ ਕੇ ਯੁੱਧ ਕਰਦਾ ਹੋਵੇ। ਇਸ ਤਰ੍ਹਾਂ ਬਾਬਾ ਜੀਵਨ ਸਿੰਘ ਜੀ ਦਾ ਕੋਈ ਮੈਚ ਅੱਜ ਤੱਕ ਦੁਨੀਆ 'ਤੇ ਪੈਦਾ ਨਹੀਂ ਹੋਇਆ ਜੋ ਇੱਕ ਸਮੇਂ ਵਿੱਚ 2 ਰਾਈਫਲਾਂ ਨਾਲ ਨਿਸ਼ਾਨਾ ਬਣਾ ਸਕਦਾ ਹੋਵੇ। ਇਹੀ ਕਾਰਨ ਹੈ ਕਿ ਯੁੱਧ ਦੇ ਦੌਰਾਨ ਆਪਣੀਆਂ 2 ਬੰਦੂਕਾਂ ਨਾਗਨੀ ਅਤੇ ਬਾਗਨੀ ਨੂੰ ਬਾਬਾ ਜੀਵਨ ਸਿੰਘ ਜੀ ਹਮੇਸ਼ਾ ਆਪਣੇ ਨਾਲ ਰੱਖਦੇ ਸਨ। ਇਤਿਹਾਸਿਕ ਖੋਜ ਅਨੁਸਾਰ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਵੱਡੇ 2 ਸਾਹਿਬਜ਼ਾਦਿਆਂ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਅਤੇ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਨੂੰ ਸ਼ਬਦ ਕੀਰਤਨ, ਤਲਵਾਰਬਾਜੀ, ਘੁੜਸਵਾਰੀ, ਨਿਸ਼ਾਨੇਬਾਜੀ, ਤੈਰਾਕੀ ਅਤੇ ਜੰਗੀ ਕਲਾ ਵੀ ਸਿਖਾਉਂਦੇ ਸਨ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਕਮਾਨ ਅਤੇ ਹੁਕਮ ਹੇਠ ਭਾਈ ਜੇਤਾ ਜੀ ਨੇ 15 ਦੇ ਕਰੀਬ ਧਰਮ ਯੁੱਧ, ਇਹਨਾਂ ਵਿੱਚੋਂ ਅਨੰਦਪੁਰ ਸਾਹਿਬ ਜੀ ਦੀਆਂ ਜੰਗਾਂ, ਭਗਾਨੀ ਦੀ ਲੜਾਈ, ਨਦੌਨ ਦੀ ਲੜਾਈ, ਬਜ਼ਰੂਰ ਦੀ ਲੜਾਈ, ਨਿਰਮੋਹਗੜ੍ਹ ਦੀ ਲੜਾਈ, ਬੰਸਾਲੀ ਅਤੇ ਕਮਲੋਟ ਦੀਆਂ ਲੜਾਈਆਂ ਅਤੇ ਬੱਸੀ ਕਲਾਂ ਦੇ ਨਜ਼ਦੀਕ ਇੱਕ ਬ੍ਰਾਹਮਣ ਔਰਤ ਨੂੰ ਆਜ਼ਾਦ ਕਰਵਾਇਆ ਅਤੇ ਸਿਰਸਾ ਦੀ ਲੜਾਈ, ਚਮਕੌਰ ਸਾਹਿਬ ਜੀ ਦੇ ਨੇੜੇ ਅਚਾਨਕ ਹਮਲੇ ਦਾ ਮੁਕਾਬਲਾ ਅਤੇ ਚਮਕੌਰ ਦੀ ਲੜਾਈ ਬੜੀ ਦਲੇਰੀ ਅਤੇ ਬਹਾਦਰੀ ਦੇ ਨਾਲ ਲੜੀਆਂ ਸਨ। ਇੱਕ ਵਾਰੀ ਭਾਈ ਜੇਤਾ ਜੀ ਨੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਨਾਲ ਮਿਲ ਕੇ ਬੱਸੀ ਕਲਾਂ ਤੋਂ ਮੁਗਲ ਸਿਪਾਹੀਆਂ ਦੇ ਕਬਜ਼ੇ ਵਿੱਚੋਂ ਇੱਕ ਬ੍ਰਾਹਮਣ ਔਰਤ ਨੂੰ ਆਜ਼ਾਦ ਕਰਾ ਕੇ ਲਿਆਏ ਸਨ। ਜਦੋਂ 19 ਦਸੰਬਰ ਸੰਨ 1704 ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਅਤੇ ਸਿੱਖਾਂ ਨੇ ਅਨੰਦਪੁਰ ਸਾਹਿਬ ਜੀ ਦੇ ਕਿਲ੍ਹੇ ਨੂੰ ਖਾਲੀ ਕੀਤਾ ਤਾਂ ਉਸ ਸਮੇਂ ਬਾਬਾ ਜੀਵਨ ਸਿੰਘ ਜੀ ਅਤੇ ਉਹਨਾਂ ਦਾ ਪਰਿਵਾਰ ਵੀ ਗੁਰੂ ਸਾਹਿਬ ਜੀ ਦੇ ਨਾਲ ਸੀ ਅਤੇ ਗੁਰੂ ਸਾਹਿਬ ਜੀ ਸੰਗਤ ਸਮੇਤ ਰੋਪੜ ਵੱਲ ਵਧੇ। ਜਦੋਂ ਸਿਰਸਾ ਨਦੀ ਦੇ ਕੰਢੇ 'ਤੇ ਪਹੁੰਚੇ ਤਾਂ ਉਸ ਸਮੇਂ ਬਹੁਤ ਤੇਜ਼ ਬਾਰਿਸ਼ ਆਉਣ ਕਰਕੇ ਸਿਰਸਾ ਨਦੀ ਦੇ ਵਿੱਚ ਹੜ੍ਹ ਆ ਗਿਆ ਸੀ, ਜਿਸ ਦੀ ਵਜ੍ਹਾ ਨਾਲ ਬਹੁਤ ਸਾਰੇ ਸਿੱਖ, ਬੀਬੀਆਂ, ਬੱਚੇ, ਘੋੜੇ, ਜੰਗੀ ਸਮਾਨ, ਕੀਮਤੀ ਗੁਰਬਾਨੀ ਸਹਿਤ ਅਤੇ ਕੀਮਤੀ ਸਮਾਨ ਨਦੀ ਵਿੱਚ ਰੁੜ ਗਿਆ ਸੀ।
ਬਾਬਾ ਜੀਵਨ ਸਿੰਘ ਜੀ ਦੀ ਬੁੱਢੀ ਮਾਤਾ ਪ੍ਰੇਮ ਕੌਰ ਜੀ ਸਿਰਸੇ ਵਿੱਚ ਗੁੰਮ ਹੋ ਗਏ ਸਨ ਅਤੇ ਗੁਰੂ ਸਾਹਿਬ ਜੀ ਦਾ ਪਰਿਵਾਰ ਵੀ ਵਿਛੜ ਗਿਆ ਸੀ। ਮਾਤਾ ਸੁੰਦਰ ਕੌਰ ਜੀ, ਮਾਤਾ ਸਾਹਿਬ ਕੌਰ ਜੀ, ਭਾਈ ਮਨੀ ਸਿੰਘ ਜੀ ਅਤੇ ਬਾਬਾ ਜੀਵਨ ਸਿੰਘ ਜੀ ਦੀ ਪਤਨੀ ਬੀਬੀ ਰਾਜ ਕੌਰ ਜੀ ਦਿੱਲੀ ਵੱਲ ਚਲੇ ਗਏ ਸਨ। ਮਾਤਾ ਗੁੱਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ ਅਤੇ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਕੁੰਮੇ ਮਾਸ਼ਿਕ ਦੀ ਝੌਂਪੜੀ ਵਿੱਚ ਪਹੁੰਚ ਗਏ ਅਤੇ ਬਾਅਦ ਵਿੱਚ ਗੁਰੂ ਘਰ ਦਾ ਰਸੋਈਆ ਗੰਗੂ ਪੰਡਤ ਉਹਨਾਂ ਨੂੰ ਆਪਣੇ ਨਾਲ ਆਪਣੇ ਪਿੰਡ ਲੈ ਆਇਆ ਅਤੇ ਬਾਅਦ ਵਿੱਚ ਉਸਨੇ ਧੋਖੇ ਨਾਲ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰਵਾ ਦਿੱਤਾ ਸੀ। ਦੁਸ਼ਮਣਾਂ ਨੇ ਆਪਣੇ ਵਾਅਦੇ ਅਤੇ ਕਸਮਾਂ ਤੋੜ ਕੇ ਅਚਾਨਕ ਹਮਲਾ ਕਰ ਦਿੱਤਾ ਤਾਂ ਗੁਰੂ ਦੇ ਸਿੰਘ ਖਾਲਸਿਆਂ ਨੇ ਡਟ ਕੇ ਮੁਕਾਬਲਾ ਕੀਤਾ। ਇਸੇ ਮੁਕਾਬਲੇ ਵਿੱਚ ਹੀ ਭਾਈ ਉਦੇ ਸਿੰਘ ਜੀ ਨੇ ਸ਼ਹੀਦੀ ਪ੍ਰਾਪਤ ਕੀਤੀ ਸੀ ਅਤੇ ਭਾਈ ਬਚਿੱਤਰ ਸਿੰਘ ਜੀ ਜ਼ਖਮੀ ਹੋ ਗਏ ਸਨ ਅਤੇ ਬਾਬਾ ਜੀਵਨ ਸਿੰਘ ਜੀ ਦੇ ਛੋਟੇ ਪੁੱਤਰਾਂ ਭਾਈ ਗੁਲਜ਼ਾਰ ਸਿੰਘ ਜੀ ਅਤੇ ਭਾਈ ਗੁਰਦਿਆਲ ਸਿੰਘ ਜੀ ਨੇ ਵੀ ਸ਼ਹੀਦੀ ਪ੍ਰਾਪਤ ਕੀਤੀ ਸੀ। ਇਸੇ ਲੜਾਈ ਦੇ ਦੌਰਾਨ ਜਦੋਂ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੂੰ ਮੁਗਲ ਫੌਜੀਆਂ ਨੇ ਆਪਣੇ ਘੇਰੇ ਵਿੱਚ ਘੇਰ ਲਿਆ ਸੀ ਤਾਂ ਉਸ ਸਮੇਂ ਬਾਬਾ ਜੀਵਨ ਸਿੰਘ ਜੀ ਅੱਗੇ ਵਧੇ ਅਤੇ ਮੂੰਹ ਵਿੱਚ ਘੋੜੇ ਦੀ ਲਗਾਮ ਦਬਾ ਕੇ ਦੋਵਾਂ ਹੱਥਾਂ ਵਿੱਚ 2 ਕਿਰਪਾਨਾਂ ਲੈ ਕੇ ਬੜੀ ਤੇਜ਼ੀ ਨਾਲ ਚਲਾਉਂਦੇ ਹੋਏ ਦੁਸ਼ਮਣਾਂ ਦੇ ਘੇਰੇ ਨੂੰ ਤੋੜ ਦਿੱਤਾ ਅਤੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਲਈ ਬਾਹਰ ਜਾਣ ਦਾ ਰਸਤਾ ਬਣਾਇਆ। ਗੁਰੂ ਸਾਹਿਬ ਜੀ ਆਪਣੇ 2 ਸਾਹਿਬਜ਼ਾਦਿਆਂ, 5 ਪਿਆਰਿਆਂ ਅਤੇ ਕੁਝ ਸਿੰਘਾਂ ਸਮੇਤ ਕੋਟਲਾ ਨਿਹੰਗ ਰੋਪੜ ਤੋਂ ਹੁੰਦੇ ਹੋਏ ਚਮਕੌਰ ਸਾਹਿਬ ਪਹੁੰਚੇ ਸਨ ਅਤੇ ਇੱਕ ਗੜ੍ਹੀ ਦੇ ਵਿੱਚ ਰੁਕੇ ਸਨ। ਮੁਗਲਾਂ ਦੀ 10 ਲੱਖ ਫੌਜ ਨੇ ਗੜ੍ਹੀ ਨੂੰ ਘੇਰਾ ਪਾ ਲਿਆ ਸੀ। 22 ਦਸੰਬਰ ਸੰਨ 1704 ਨੂੰ ਦੁਨੀਆ ਦੀ ਸਭ ਤੋਂ ਹੈਰਤ ਅੰਗੇਜ਼ ਤੇ ਬੇਮਿਸਾਲ ਜੰਗ ਹੋਈ। ਇੱਕ ਪਾਸੇ ਕਈ ਦਿਨਾਂ ਦੇ ਸਫ਼ਰ ਦੀ ਵਜ੍ਹਾ ਨਾਲ ਥੱਕੇ ਹੋਏ 42 ਸਿੰਘ ਅਤੇ ਹਥਿਆਰ ਵੀ ਪੂਰੇ ਨਹੀਂ ਅਤੇ ਦੂਜੇ ਪਾਸੇ ਹਥਿਆਰਾਂ ਨਾਲ ਲੈਸ 10 ਲੱਖ ਫੌਜੀਆਂ ਦੀ ਜ਼ਾਲਿਮ ਫੌਜ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਹੁਕਮ ਤੇ ਬਾਬਾ ਜੀਵਨ ਸਿੰਘ ਜੀ ਨੇ ਰਣਜੀਤ ਨਗਾੜੇ ਤੇ ਜ਼ਬਰਦਸਤ ਚੋਟ ਮਾਰੀ, ਜਿਸ ਦੀ ਜ਼ੋਰਦਾਰ ਗੂੰਜਦੀ ਆਵਾਜ਼ ਦੇ ਨਾਲ ਦੁਸ਼ਮਣਾਂ ਦੇ ਦਿਲ ਕੰਬ ਗਏ। ਜੰਗ ਸ਼ੁਰੂ ਹੋਈ। ਗੁਰੂ ਸਾਹਿਬ ਜੀ ਜੱਥਿਆਂ ਵਿੱਚ ਸਿੰਘਾਂ ਨੂੰ ਮੈਦਾਨੇ ਜੰਗ ਵਿੱਚ ਭੇਜਦੇ ਰਹੇ ਅਤੇ ਗੁਰੂ ਦੇ ਬਹਾਦਰ ਸਿੰਘ ਸੂਰਮੇ ਗਜਬ ਦੀ ਬਹਾਦਰੀ ਨਾਲ ਲੜ ਕੇ ਕਈਆਂ ਨੂੰ ਮਾਰ ਕੇ ਸ਼ਹੀਦੀਆਂ ਪ੍ਰਾਪਤ ਕਰਦੇ ਰਹੇ। ਫਿਰ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ 8 ਸਿੰਘਾਂ ਦੇ ਜੱਥੇ ਨਾਲ ਮੈਦਾਨੇ ਜੰਗ ਵਿੱਚ ਆਏ। ਸਾਹਿਬਜ਼ਾਦਾ ਅਤੇ ਸਿੰਘ ਖਾਲਸਿਆਂ ਦੇ ਗਜ਼ਬ ਦੇ ਜੰਗੀ ਜ਼ੋਰ ਵੇਖ ਕੇ ਦੁਸ਼ਮਣ ਦੇ ਜਰਨੈਲ ਹੱਕੇ ਬੱਕੇ ਰਹਿ ਗਏ। ਆਖਿਰ ਵਿੱਚ ਸਾਹਿਬਜ਼ਾਦਾ ਅਤੇ 8 ਸਿੰਘ ਅਨੇਕਾਂ ਮੁਗਲ ਯੋਧਿਆਂ ਨੂੰ ਮਾਰ ਕੇ ਸ਼ਹੀਦੀਆਂ ਪ੍ਰਾਪਤ ਕਰ ਗਏ। ਹੁਣ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਨੇ ਮੈਦਾਨੇ ਜੰਗ ਵਿੱਚ ਜਾਣ ਦੀ ਖੁਆਇਸ਼ ਜ਼ਾਹਿਰ ਕੀਤੀ। ਗੁਰੂ ਸਾਹਿਬ ਜੀ ਸਾਹਿਬਜ਼ਾਦੇ ਦੀ ਬਹਾਦਰੀ ਤੋਂ ਬਹੁਤ ਖੁਸ਼ ਹੋਏ ਅਤੇ ਆਪਣੇ ਹੱਥਾਂ ਦੇ ਨਾਲ ਸਾਹਿਬਜ਼ਾਦੇ ਨੂੰ ਤਿਆਰ ਕਰਕੇ ਇੱਕ ਛੋਟੀ ਜਿਹੀ ਤੇਗ ਦੇ ਕੇ 5 ਸਿੰਘਾਂ ਦੇ ਜੱਥੇ ਨਾਲ ਮੈਦਾਨੇ ਜੰਗ ਵਿੱਚ ਭੇਜਿਆ। ਫਿਰ ਮੈਦਾਨੇ ਜੰਗ ਵਿੱਚ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਅਤੇ ਸਿੰਘ ਖਾਲਸਿਆਂ ਨੇ ਬੇਮਿਸਾਲ ਬਹਾਦਰੀ ਦੇ ਨਾਲ ਦੁਸ਼ਮਣਾਂ ਦਾ ਡਟ ਕੇ ਮੁਕਾਬਲਾ ਕੀਤਾ ਅਤੇ ਅਨੇਕ ਫੌਜੀਆਂ ਨੂੰ ਮਾਰ ਕੇ ਸ਼ਹੀਦੀਆਂ ਪ੍ਰਾਪਤ ਕਰ ਗਏ। 3 ਪਿਆਰੇ ਭਾਈ ਹਿੰਮਤ ਸਿੰਘ ਜੀ, ਭਾਈ ਮੋਹਕਮ ਸਿੰਘ ਜੀ, ਭਾਈ ਸਾਹਿਬ ਸਿੰਘ ਜੀ ਅਤੇ ਬਾਬਾ ਜੀਵਨ ਸਿੰਘ ਜੀ ਦੇ ਭਰਾ ਭਾਈ ਸੰਗਤ ਸਿੰਘ ਜੀ ਅਤੇ ਸੋਹਰਾ ਸੁਰਜਨ ਸਿੰਘ ਜੀ ਅਤੇ ਭਾਈ ਸਾਹਿਬ ਜੀ ਦੇ ਵੱਡੇ ਪੁੱਤਰ ਭਾਈ ਸੇਵਾ ਸਿੰਘ ਅਤੇ ਭਾਈ ਸੁੱਖਾ ਸਿੰਘ ਜੀ ਨੇ ਵੀ ਇਸੇ ਜੰਗ ਵਿੱਚ ਸ਼ਹੀਦੀਆਂ ਪ੍ਰਾਪਤ ਕੀਤੀਆਂ ਸਨ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੀ ਲੜ ਕੇ ਸ਼ਹੀਦੀ ਪ੍ਰਾਪਤ ਕਰਨਾ ਚਾਹੁੰਦੇ ਸਨ, ਮਗਰ 5 ਪਿਆਰਿਆਂ ਦੇ ਗੜ੍ਹੀ ਨੂੰ ਛੱਡ ਕੇ ਜਾਣ ਦੇ ਹੁਕਮ ਨੂੰ ਮੰਨਦੇ ਹੋਏ ਗੜ੍ਹੀ ਨੂੰ ਛੱਡ ਕੇ ਜਾਣ ਲਈ ਤਿਆਰ ਹੋ ਗਏ। ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ ਅਤੇ ਭਾਈ ਮਾਨ ਸਿੰਘ ਜੀ ਗੁਰੂ ਸਾਹਿਬ ਜੀ ਦੇ ਨਾਲ ਗਏ ਅਤੇ ਬਾਕੀ ਦੇ 8 ਸਿੰਘ ਗੜ੍ਹੀ ਦੇ ਵਿੱਚ ਹੀ ਰੁਕ ਗਏ ਸਨ। ਗੁਰੂ ਸਾਹਿਬ ਜੀ ਨੇ ਗੜ੍ਹੀ ਨੂੰ ਛੱਡ ਕੇ ਜਾਣ ਤੋਂ ਪਹਿਲਾਂ ਬਾਬਾ ਜੀਵਨ ਸਿੰਘ ਜੀ ਨੂੰ ਆਪਣੀ ਕਲਗੀ, ਪੁਸ਼ਾਕਾਂ, ਹਥਿਆਰ ਅਤੇ ਅਸਲਾ ਦੇ ਕੇ ਹੁਕਮ ਕੀਤਾ ਕਿ ਉਹ ਗੁਰੂ ਸਾਹਿਬ ਜੀ ਦੀ ਜਗ੍ਹਾ ਬੁਰਜ ਵਿੱਚ ਬੈਠ ਕੇ ਸਾਰੀ ਰਾਤ ਰਣਜੀਤ ਨਗਾੜਾ ਵਜਾਉਂਦੇ ਰਹਿਣ ਅਤੇ ਤੀਰਾਂ ਅਤੇ ਬੰਦੂਕਾਂ ਵੀ ਚਲਾਉਂਦੇ ਰਹਿਣ ਤਾਂ ਕਿ ਦੁਸ਼ਮਣ ਨੂੰ ਲੱਗੇ ਕਿ ਗੁਰੂ ਸਾਹਿਬ ਜੀ ਗੜ੍ਹੀ ਦੇ ਅੰਦਰ ਹੀ ਹਨ। ਉਸ ਦੇ ਬਾਅਦ 22-23 ਦੀ ਰਾਤ ਨੂੰ ਗੁਰੂ ਸਾਹਿਬ ਜੀ ਗੜ੍ਹੀ ਛੱਡ ਗਏ ਸਨ। ਹੁਣ ਬਾਬਾ ਜੀਵਨ ਸਿੰਘ ਜੀ ਗੁਰੂ ਸਾਹਿਬ ਜੀ ਦੀ ਕਲਗੀ ਪੁਸ਼ਾਕਾਂ ਗ੍ਰਹਿਣ ਕਰਕੇ ਬੁਰਜ ਤੇ ਬੈਠ ਗਏ ਸਨ ਅਤੇ ਬਾਕੀ ਦੇ 7 ਸਿੰਘ ਵੀ ਗੜ੍ਹੀ ਵਿੱਚ ਹੀ ਸਨ। ਦੂਸਰੇ ਦਿਨ 23 ਦਸੰਬਰ ਨੂੰ ਮੁਗਲ ਫੌਜ ਨੇ ਗੜ੍ਹੀ ਤੇ ਹਮਲਾ ਕਰ ਦਿੱਤਾ। 7 ਸਿੰਘ
ਬਾਬਾ ਜੀਵਨ ਸਿੰਘ ਜੀ ਨੂੰ ਗੜ੍ਹੀ ਵਿੱਚ ਛੱਡ ਕੇ ਲੜਨ ਲਈ ਘੋੜਿਆਂ ਤੇ ਮੈਦਾਨੇ ਜੰਗ ਵਿੱਚ ਆ ਗਏ ਸਨ ਅਤੇ ਸਿੰਘ ਖਾਲਸੇ ਬੜੀ ਬਹਾਦਰੀ ਦੇ ਨਾਲ ਲੜੇ ਸਨ। ਬਾਬਾ ਜੀਵਨ ਸਿੰਘ ਜੀ ਹੁਣ ਗੜ੍ਹੀ ਦੇ ਸ਼ਿਖਰ ਤੋਂ ਆਪਣੀਆਂ 2 ਬੰਦੂਕਾਂ ਨਾਗਨੀ ਅਤੇ ਬਾਗਨੀ ਦੇ ਨਾਲ ਜ਼ਬਰਦਸਤ ਗੋਲੀਬਾਰੀ ਕਰ ਰਹੇ ਸਨ ਅਤੇ ਅਣਗਿਣਤ ਤੀਰ ਵੀ ਚਲਾ ਰਹੇ ਸਨ। ਮੁਗਲ ਸਮਝ ਰਹੇ ਸਨ ਕਿ ਗੁਰੂ ਗੋਬਿੰਦ ਸਿੰਘ ਜੀ ਅਜੇ ਵੀ ਗੜ੍ਹੀ ਦੇ ਅੰਦਰ ਹਨ, ਕਿਉਂਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਕਲਗੀ ਬਾਬਾ ਜੀਵਨ ਸਿੰਘ ਜੀ ਦੇ ਮੱਥੇ ਤੇ ਚਮਕ ਰਹੀ ਸੀ। ਬਾਬਾ ਜੀ ਨੇ ਤੋਪਾਂ ਨਾਲ ਅਤੇ ਤੀਰਾਂ ਦੇ ਨਾਲ ਜ਼ਬਰਦਸਤ ਫਾਇਰਿੰਗ ਜਾਰੀ ਰੱਖੀ ਅਤੇ ਨਗਾੜਾ ਵੀ ਕੁੱਟਿਆ। ਨਗਾੜੇ ਦੀਆਂ ਜ਼ੋਰਦਾਰ ਗੂੰਜਾਂ ਅਤੇ ਤਲਵਾਰਾਂ, ਘੋੜਿਆਂ ਅਤੇ ਆਦਮੀਆਂ ਦੀ ਆਵਾਜ਼ਾਂ ਨੇ ਜੰਗ ਦੇ ਮੈਦਾਨ ਨੂੰ ਹੋਰ ਵੀ ਭਿਆਨਕ ਬਣਾ ਦਿੱਤਾ ਸੀ। ਸਿਰਫ 7 ਸਿੰਘ ਸਿਪਾਹੀ ਮੁਗਲਾਂ ਦੇ 10 ਲੱਖ ਫੌਜ ਦੇ ਸਿਪਾਹੀਆਂ ਦੇ ਨਾਲ ਲੜ ਰਹੇ ਸਨ ਅਤੇ ਬੇਮਿਸਾਲ ਹੁਨਰ ਵਿਖਾਇਆ ਅਤੇ ਲੜਾਈ ਦੇ ਮੈਦਾਨ ਵਿੱਚ ਗਜ਼ਬ ਦੇ ਜੰਗੀ ਕਰਤੱਵ ਪੇਸ਼ ਕੀਤੇ ਅਤੇ ਲੜਦੇ ਲੜਦੇ ਸ਼ਹੀਦੀਆਂ ਪ੍ਰਾਪਤ ਕਰ ਗਏ ਸਨ। ਬਾਬਾ ਜੀਵਨ ਸਿੰਘ ਜੀ ਅਜੇ ਵੀ ਇਕੱਲੇ ਲੜ ਰਹੇ ਸਨ। ਜਦੋਂ ਗੜ੍ਹੀ ਦੇ ਵਿੱਚ ਤੀਰ ਅਤੇ ਗੋਲੀਆਂ ਖਤਮ ਹੋ ਗਈਆਂ ਤਾਂ ਬਾਬਾ ਜੀ ਘੋੜੇ ਤੇ ਬੈਠ ਕੇ ਮੈਦਾਨੇ ਜੰਗ ਵਿੱਚ ਆ ਗਏ। ਬਾਬਾ ਜੀ ਨੇ ਆਪਣੇ 2 ਹੱਥਾਂ ਵਿੱਚ 2 ਤਲਵਾਰਾਂ ਪਕੜੀਆਂ ਹੋਈਆਂ ਸਨ ਅਤੇ ਜ਼ਬਰਦਸਤ ਹਮਲੇ ਕਰਕੇ ਦੁਸ਼ਮਣਾਂ ਤੇ ਹਾਵੀ ਹੋ ਰਹੇ ਸਨ। ਮੁਗਲਾਂ ਨੇ ਸੋਚਿਆ ਕਿ ਗੁਰੂ ਗੋਬਿੰਦ ਸਿੰਘ ਜੀ ਗੜ੍ਹੀ ਚੋਂ ਬਾਹਰ ਆ ਕੇ ਲੜ ਰਹੇ ਹਨ, ਕਿਉਂਕਿ ਗੁਰੂ ਸਾਹਿਬ ਜੀ ਦੀ ਕਲਗੀ ਬਾਬਾ ਜੀਵਨ ਸਿੰਘ ਜੀ ਦੇ ਮੱਥੇ ਤੇ ਚਮਕ ਰਹੀ ਸੀ ਅਤੇ ਪੋਸ਼ਾਕੇ ਨੇ ਉਹਨਾਂ ਨੂੰ ਹੋਰ ਭੁਲੇਖੇ ਵਿੱਚ ਪਾ ਦਿੱਤਾ ਸੀ। ਮੁਗਲ ਫੌਜ ਗੁਰੂ ਸਾਹਿਬ ਜੀ ਨੂੰ ਜਿਉਂਦੇ ਪਕੜਨਾ ਚਾਹੁੰਦੀ ਸੀ ਤਾਂ ਕਿ ਉਹ ਚਾਹੁੰਦੇ ਸੀ ਕਿ ਉਹਨਾਂ ਨੂੰ ਮੁਗਲ ਸ਼ਾਹੀ ਦਰਬਾਰ ਵਿੱਚ ਇਨਾਮ ਮਿਲੇ ਅਤੇ ਉਹ ਉੱਚੇ ਅਹੁਦੇ ਪ੍ਰਾਪਤ ਕਰ ਸਕਣ। ਮਗਰ ਗੁਰੂ ਦੇ ਮਹਾਬਲੀ ਸੂਰਮੇ ਬੇਟੇ ਨੇ ਉਹਨਾਂ ਦੀ ਇਸ ਇੱਛਾ ਨੂੰ ਪੂਰੇ ਨਹੀਂ ਹੋਣ ਦਿੱਤਾ। ਬਾਬਾ ਜੀਵਨ ਸਿੰਘ ਜੀ ਉਹਨਾਂ ਦੇ ਵਿਰੁੱਧ ਲੜਦੇ ਰਹੇ ਅਤੇ ਉਹਨਾਂ ਨੇ ਆਪਣੀ ਬਹਾਦਰੀ ਅਤੇ ਜੰਗੀ ਕਲਾ ਦੇ ਗਜ਼ਬ ਦੇ ਜੋਹਰ ਵਿਖਾਏ। ਆਪਣੇ 2 ਹੱਥਾਂ ਵਿੱਚ 2 ਤਲਵਾਰਾਂ ਲੈ ਕੇ ਬਿਜਲੀ ਦੀ ਫੁਰਤੀ ਨਾਲ ਚਲਾਉਂਦੇ ਰਹੇ ਅਤੇ ਅਣਗਿਣਤ ਦੁਸ਼ਮਣਾਂ ਨੂੰ ਮਾਰ ਮੁਕਾਇਆ। ਆਖਿਰ ਵਿੱਚ ਜਦੋਂ ਦੁਸ਼ਮਣ ਬਾਬਾ ਜੀ ਨੂੰ ਜਿਉਂਦੇ ਫੜਨ ਵਿੱਚ ਅਸਫਲ ਰਹੇ ਤਾਂ ਉਹਨਾਂ ਨੇ ਬਾਬਾ ਜੀਵਨ ਸਿੰਘ ਜੀ ਉੱਤੇ ਤੀਰ ਅਤੇ ਤੋਪਾਂ ਚਲਾਈਆਂ, ਜਿਸ ਨਾਲ ਬਾਬਾ ਜੀ ਦੇ ਸਰੀਰ ਵਿੱਚੋਂ ਲਹੂ ਦਾ ਝਰਨਾ ਫੁੱਟ ਗਿਆ ਅਤੇ ਆਖਿਰ ਵਿੱਚ 23 ਦਸੰਬਰ ਸੰਨ 1704 ਨੂੰ ਬਾਬਾ ਜੀਵਨ ਸਿੰਘ ਜੀ ਚਮਕੌਰ ਸਾਹਿਬ ਵਿਖੇ ਸ਼ਹੀਦ ਹੋ ਗਏ। ਬਾਬਾ ਜੀਵਨ ਸਿੰਘ ਜੀ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਇਹਨਾਂ ਬਚਨਾਂ ਨੂੰ सवा लाख से एक लड़ाऊं, चिड़ियों से मैं बाज तोड़ाऊं, तबे गोबिंद सिंह नाम कहाऊं ਨੂੰ ਪ੍ਰਤੱਖ ਤੌਰ ਤੇ ਸੱਚ ਸਾਬਿਤ ਕੀਤਾ ਸੀ। ਉਹ ਚਮਕੌਰ ਸਾਹਿਬ ਜੀ ਦੀ ਜੰਗ ਦੇ ਆਖਰੀ ਸ਼ਹੀਦ ਸਨ, ਜਿਸ ਨੇ 10 ਲੱਖ ਮੁਗਲ ਫੌਜਾਂ ਦੇ ਵਿਰੁੱਧ ਲੜਾਈ ਲੜੀ ਸੀ। ਜਦੋਂ ਬਾਬਾ ਜੀ ਹੇਠਾਂ ਡਿੱਗੇ ਤਾਂ ਵਜ਼ੀਰ ਖਾਨ ਅਤੇ ਮੁਗਲ ਯੋਧੇ ਬੜੇ ਖੁਸ਼ ਸਨ ਕਿ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਮਾਰਿਆ ਹੈ। ਫਿਰ ਉਹਨਾਂ ਨੇ ਸਿਰ ਨੂੰ ਸਰੀਰ ਤੋਂ ਅਲੱਗ ਕਰ ਦਿੱਤਾ ਅਤੇ ਸ਼ੀਸ਼ ਨੂੰ ਦਿੱਲੀ ਦੇ ਮੁਗਲ ਸ਼ਾਹੀ ਦਰਬਾਰ ਵਿੱਚ ਪੇਸ਼ ਕੀਤਾ। ਮਗਰ ਜਾਂਚ ਤੋਂ ਬਾਅਦ ਇਹ ਸਾਬਿਤ ਹੋਇਆ ਕਿ ਇਹ ਸ਼ੀਸ਼ ਗੁਰੂ ਗੋਬਿੰਦ ਸਿੰਘ ਜੀ ਦਾ ਨਹੀਂ ਹੈ, ਬਲਕਿ ਜਰਨੈਲ ਬਾਬਾ ਜੀਵਨ ਸਿੰਘ ਜੀ ਦਾ ਹੈ। ਇਸ ਤੱਥ ਨੂੰ ਔਰੰਗਜ਼ੇਬ ਦੀ ਧੀ ਜੇਬ ਨਿਸਾ ਨੇ ਪ੍ਰਮਾਣਿਤ ਕੀਤਾ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਬੀਬੀ ਹਰਸ਼ਰਨ ਕੌਰ ਨੂੰ ਸ਼ਹੀਦ ਸਿੰਘਾਂ ਦੀਆਂ ਦੇਹਾਂ ਦੇ ਅੰਤਿਮ ਸੰਸਕਾਰ ਕਰਨ ਦੀ ਜ਼ਿੰਮੇਵਾਰੀ ਸੌਂਪੀ ਸੀ। ਗੁਰੂ ਜੀ ਨੇ ਬੀਬੀ ਜੀ ਨੂੰ ਕਿਹਾ ਕਿ ਉਹ ਸਾਰੇ ਸਿੰਘਾਂ ਦਾ ਇਕੱਠੇ ਅੰਤਿਮ ਸੰਸਕਾਰ ਕਰਨ, ਮਗਰ ਉਹਨਾਂ ਦੇ ਵੱਡੇ ਪੁੱਤਰ ਦਾ ਸੰਸਕਾਰ ਦੂਜਿਆਂ ਤੋਂ ਵੱਖ ਕਰਨ। ਬੀਬੀ ਜੀ ਨੇ ਗੁਰੂ ਸਾਹਿਬ ਜੀ ਤੋਂ ਪੁੱਛਿਆ ਕਿ ਮੈਂ ਤੁਹਾਡੇ ਵੱਡੇ ਪੁੱਤਰ ਨੂੰ ਕਿਸ ਤਰ੍ਹਾਂ ਪਹਿਚਾਨ ਸਕਦੀ ਹਾਂ? ਤਾਂ ਗੁਰੂ ਸਾਹਿਬ ਜੀ ਨੇ ਉੱਤਰ ਦਿੱਤਾ ਕਿ ਉਸ ਦੇ ਧੜ ਦੇ ਨਾਲ ਸਿਰ ਨਹੀਂ ਹੋਏਗਾ ਅਤੇ ਉਸ ਨੇ ਮੇਰਾ ਪੋਸ਼ਾਕਾ ਪਹਿਨਿਆ ਹੋਵੇਗਾ। ਜਿਸ ਜਗ੍ਹਾ ਤੇ ਬੀਬੀ ਹਰਸ਼ਰਨ ਕੌਰ ਜੀ ਨੇ ਬਾਬਾ ਜੀਵਨ ਸਿੰਘ ਜੀ ਦਾ ਅੰਤਮ ਸੰਸਕਾਰ ਕੀਤਾ, ਉੱਥੇ ਹੁਣ ਗੁਰਦੁਆਰਾ ਸ਼੍ਰੀ ਸ਼ਹੀਦ ਬੁਰਜ ਸਾਹਿਬ ਜੀ ਸੁਸ਼ੋਭਿਤ ਹਨ। ਇਹ ਇਤਿਹਾਸਿਕ ਗੁਰਦੁਆਰਾ ਬਾਬਾ ਜੀਵਨ ਸਿੰਘ ਜੀ ਦੀ ਯਾਦ ਵਿੱਚ ਬਣਿਆ ਹੋਇਆ ਹੈ ਅਤੇ ਉੱਥੇ ਇੱਕ ਇਤਿਹਾਸਿਕ ਖੂਹ ਵੀ ਹੈ, ਜਿੱਥੇ ਗੁਰੂ ਜੀ ਨੇ 2 ਸਾਹਿਬਜ਼ਾਦਿਆਂ ਨੇ ਅਤੇ ਹੋਰ ਸਿੰਘ ਸਿਪਾਹੀਆਂ ਨੇ ਪਾਣੀ ਪੀਤਾ ਸੀ। ਬਾਬਾ ਜੀਵਨ ਸਿੰਘ ਜੀ ਨਾ ਸਿਰਫ ਇੱਕ ਮਹਾਨ ਲੜਾਕੂ ਸਨ, ਬਲਕਿ ਉੱਤਮ ਦਰਜੇ ਦੇ ਕਵੀ ਵੀ ਸਨ। ਉਹਨਾਂ ਦੀ ਰਚਨਾ ਸ਼੍ਰੀ ਗੁਰੂ ਕਥਾ ਦਾ ਸਿੱਖ ਧਰਮ ਵਿੱਚ ਬਹੁਤ ਵੱਡਾ ਯੋਗਦਾਨ ਹੈ। ਇਹ ਪੁਸਤਕ ਗੁਰੂ ਸਾਹਿਬ ਜੀ ਦੀਆਂ ਲੜਾਈਆਂ ਦਾ ਪਹਿਲਾ ਹਸਤ ਲਿਖਤ ਇਤਿਹਾਸ ਹੈ। ਉਹਨਾਂ ਨੇ ਇਸ ਪੁਸਤਕ ਵਿੱਚ ਅੰਮ੍ਰਿਤ ਛਕਣ, ਅੰਮ੍ਰਿਤ ਤਿਆਰ ਕਰਨ ਦੇ ਢੰਗ
ਅਤੇ ਸਿੱਖ ਧਰਮ ਵਿੱਚ 5 ਨਿਸ਼ਾਨਾਂ ਦੀ ਮਹੱਤਤਾ, ਸਿੱਖ ਰਹਿਤ ਮਰਿਆਦਾ ਸੰਮੇਲਨ ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਭਾਈ ਸਦਾਨੰਦ ਜੀ ਦੀਆਂ ਸ਼ਹੀਦੀਆਂ ਦੇ ਸੰਬੰਧ ਵਿੱਚ ਸਾਰੀਆਂ ਘਟਨਾਵਾਂ ਬਾਰੇ ਵੀ ਲਿਖਿਆ ਹੈ। ਬਾਬਾ ਜੀ ਦੀ ਲਿਖਤ ਵਿੱਚ ਸ਼ਰਧਾ ਦੇ ਵਿਚਾਰਾਂ ਦਾ ਦਬਦਬਾ ਹੈ ਅਤੇ ਉਹਨਾਂ ਨੇ ਆਪਣੀ ਰਚਨਾ ਵਿੱਚ ਵੀਰ ਰਸ ਅਤੇ ਭਗਤੀ ਰਸ ਦੀ ਵਰਤੋਂ ਵੀ ਕੀਤੀ ਹੈ। ਗੁਰੂ ਦਾ ਪਿਆਰ, ਸ਼ਰਧਾ, ਵਿਸ਼ਵਾਸ, ਸਹਿਣਸ਼ੀਲਤਾ, ਵਿਨਮਰਤਾ, ਉਤਸ਼ਾਹ ਸਭ ਨੇ ਮਿਲ ਕੇ ਉਹਨਾਂ ਦੀ ਸ਼ੈਲੀ ਨੂੰ ਵਿਲੱਖਣ ਬਣਾਉਣ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਬਾਬਾ ਜੀਵਨ ਸਿੰਘ ਜੀ ਅਤੇ ਉਹਨਾਂ ਦੇ ਪਰਿਵਾਰ ਦੁਆਰਾ ਦਿੱਤੀਆਂ ਹੋਈਆਂ ਕੁਰਬਾਨੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਉਹਨਾਂ ਨੇ ਬਾਬਾ ਜੀਵਨ ਸਿੰਘ ਜੀ ਨੂੰ ਰੰਗਰੇਟਾ ਗੁਰੂ ਦਾ ਬੇਟਾ ਕਹਿ ਕੇ ਵੀ ਨਿਵਾਜਿਆ ਸੀ ਅਤੇ ਉਹਨਾਂ ਦੇ ਸਨਮਾਨ ਵਿੱਚ ਸ੍ਰੀ ਹਰਿਮੰਦਰ ਸਾਹਿਬ ਵਿੱਚ ਰੰਗਰੇਟਾ ਬੁੰਗਾ ਵੀ ਬਣਵਾਇਆ ਸੀ। ਫਿਰ ਆਖਿਰ ਵਿੱਚ ਆਪਣੀ ਕਲਗੀ, ਪੁਸ਼ਾਕਾਂ ਅਤੇ ਹਥਿਆਰ ਦੇ ਕੇ ਵੀ ਨਿਵਾਜਿਆ ਸੀ, ਕਿਉਂਕਿ ਇਹ ਸਭ ਉਸ ਮਹਾਨ ਸ਼ਖਸੀਅਤ ਨੂੰ ਦਿੱਤਾ ਜਾਣਾ ਸੀ ਜਿਸ ਨੇ ਵਿਸ਼ਵਾਸ, ਵਫਾਦਾਰੀ ਅਤੇ ਪੂਰੀ ਸ਼ਰਧਾ ਦੇ ਨਾਲ ਗੁਰੂ ਘਰ ਦੀ ਸੇਵਾ ਕੀਤੀ ਹੋਵੇ ਅਤੇ ਉਹ ਮਹਾਨ ਸ਼ਖਸੀਅਤ ਸਨ ਬਾਬਾ ਜੀਵਨ ਸਿੰਘ ਜੀ। ਇੱਥੇ ਕੁਝ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣੀ ਕਲਗੀ, ਪੁਸ਼ਾਕਾਂ ਅਤੇ ਹਥਿਆਰ ਭਾਈ ਸੰਗਤ ਸਿੰਘ ਜੀ ਨੂੰ ਦਿੱਤੇ ਸਨ, ਮਗਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦਰਬਾਰ ਦੇ ਕਵੀ ਕਨਕਾਨ ਨੇ ਸਪਸ਼ਟ ਤੌਰ ਤੇ ਦੱਸਿਆ ਹੈ ਕਿ ਗੁਰੂ ਸਾਹਿਬ ਜੀ ਨੇ ਸਹੀ ਫੈਸਲਾ ਲੈਂਦੇ ਹੋਏ ਆਪਣੀ ਕਲਗੀ, ਪੁਸ਼ਾਕਾਂ ਅਤੇ ਹਥਿਆਰ ਬਾਬਾ ਜੀਵਨ ਸਿੰਘ ਜੀ ਨੂੰ ਦਿੱਤੇ ਸਨ, ਕਿਉਂਕਿ ਬਾਬਾ ਜੀਵਨ ਸਿੰਘ ਜੀ ਇੱਕ ਸ਼ਰਧਾਵਾਨ ਅਤੇ ਸੰਪੂਰਨ ਗੁਰੂ ਸਿੱਖ ਸਨ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦਰਬਾਰ ਦਾ ਕਵੀ ਕਨਕਾਨ ਆਪਣੀ ਚੌਪਾਈ 284 ਵਿੱਚ ਲਿਖਦਾ ਹੈ, ਉਸਨੇ ਆਪਣਾ ਜੀਵਨ ਬਾਬਾ ਜੀਵਨ ਸਿੰਘ ਦੇ ਸਿਰ ਤੇ ਪਾਇਆ, ਉਸਨੂੰ ਆਪਣਾ ਪਹਿਰਾਵਾ ਪਹਿਨਣ ਲਈ ਬਣਾਇਆ, ਉਸਨੇ ਬਾਬਾ ਜੀਵਨ ਸਿੰਘ ਨੂੰ ਮੀਨਾਰ ਦੇ ਵਿੱਚ ਬਿਠਾਇਆ ਅਤੇ ਇਸ ਤਰ੍ਹਾਂ ਗੋਬਿੰਦ ਸਿੰਘ ਨੇ ਕਿਲੇ ਨੂੰ ਛੱਡ ਦਿੱਤਾ। ਗੁਰੂ ਪਿਆਰਿਓ, ਬਾਬਾ ਜੀਵਨ ਸਿੰਘ ਜੀ ਇੱਕ ਸੰਪੂਰਨ ਸੰਤ ਸਿਪਾਹੀ ਸਨ ਅਤੇ ਉਹਨਾਂ ਦਾ ਪੂਰਾ ਜੀਵਨ ਮਹਾਨ ਗੁਣਾਂ ਦਾ ਖਜ਼ਾਨਾ ਹੈ ਅਤੇ ਸਾਡੇ ਸਾਰਿਆਂ ਨੂੰ ਇਹ ਸਬਕ ਸਿਖਾਉਂਦਾ ਹੈ ਕਿ ਜੇ ਅਸੀਂ ਪੂਰੀ ਸ਼ਰਧਾ ਅਤੇ ਮਨ ਦੇ ਨਾਲ ਗੁਰੂ ਦੀ ਸੇਵਾ ਕਰੀਏ ਤਾਂ ਅਸੀਂ ਵੀ ਬਾਬਾ ਜੀਵਨ ਸਿੰਘ ਜੀ ਵਾਂਗ ਗੁਰੂ ਸਾਹਿਬ ਜੀ ਦੇ ਪਿਆਰ ਦੇ ਪਾਤਰ ਬਣ ਸਕਦੇ ਹਾਂ। ਇਹ ਹੈ ਬਾਬਾ ਜੀਵਨ ਸਿੰਘ ਜੀ ਦੇ ਮਹਾਨ ਜੀਵਨ ਦੀ ਕਥਾ, ਜੋ ਗੁਰੂ ਅਤੇ ਸਿੱਖ ਦੇ ਸਦੀਵੀ ਪਿਆਰ ਦੀ ਕਥਾ ਵੀ ਹੈ। ਮੈਂ ਉਮੀਦ ਕਰਦਾ ਹਾਂ ਕਿ ਇਸ ਕਥਾ ਨੇ ਤੁਹਾਡੇ ਦਿਲਾਂ ਨੂੰ ਜ਼ਰੂਰ ਛੋਇਆ ਹੋਵੇਗਾ ਅਤੇ ਬਾਬਾ ਜੀਵਨ ਸਿੰਘ ਜੀ ਦੇ ਜੀਵਨ ਤੋਂ ਤੁਸੀਂ ਸਾਰੇ ਜ਼ਰੂਰ ਪ੍ਰਭਾਵਿਤ ਹੋਏ ਹੋਵੋਗੇ। ਗੁਰੂ ਪਿਆਰਿਓ, ਇਸ ਵੀਡੀਓ ਬਾਰੇ ਆਪਣੇ ਕਮੈਂਟ ਜ਼ਰੂਰ ਭੇਜਣਾ ਅਤੇ ਅਗਲੇ ਵੀਡੀਓ ਦੇ ਨੋਟੀਫਿਕੇਸ਼ਨ ਲਈ ਚੈਨਲ ਦੇ ਲਿੰਕ ਨੂੰ ਸਬਸਕ੍ਰਾਈਬ ਕਰਨਾ ਅਤੇ ਮਹਾਂਪੁਰਸ਼ਾਂ ਦੀਆਂ ਕੁਰਬਾਨੀਆਂ ਅਤੇ ਸ਼ਹੀਦੀਆਂ ਦੇ ਮਾਣ ਸਨਮਾਨ ਲਈ ਅਤੇ ਸਿੱਖੀ ਦੇ ਪ੍ਰਚਾਰ ਦੇ ਲਈ ਇਸ ਚੈਨਲ ਦੇ ਲਿੰਕ ਨੂੰ ਵੱਧ ਤੋਂ ਵੱਧ ਸ਼ੇਅਰ ਕਰਨ ਦੀ ਕਿਰਪਾਲਤਾ ਕਰਨੀ, ਇੰਨੀਆਂ ਸੇਵਾਵਾਂ ਪ੍ਰਵਾਨ ਕਰਨੀਆਂ, ਸੇਵਾਵਾਂ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।